ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਮਾਰਚ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ। ਰਾਸ਼ਟਰਪਤੀ ਟਰੰਪ ਦੇ ਸੁਪਰੀਮ ਕੋਰਟ ਨੋਮੀਨੀ ਜੱਜ ਨੀਲ ਗੌਰਸਚ ਦੀ ਹੋਈ ਸੈਨੇਟ ਹੀਅਰਿੰਗ। ਉਹਨਾਂ ਨੇ ਇੰਡੀਪੈਂਡੈਂਟ ਰਹਿਣ ਦੀ ਚੱਕੀ ਸਹੁੰ। US ਗਵਰਨਮੈਂਟ ਨੇ ਫਿਲਾਡੈਲਫੀਆ ਦੇ ਟਾਪ ਪ੍ਰੋਸੀਕਿਊਟਰ ਤੇ ਲਾਏ ਕਰਪਸ਼ਨ ਦੇ ਚਾਰਜਸ। ਇਵਾਂਕਾ ਟਰੰਪ ਨੂੰ ਵਾਈਟ ਹਾਊਸ ਦੇ ਵਿੱਚ ਮਿਲਿਆ ਦਫ਼ਤਰ। GOP ਅਤੇ ਰਾਸ਼ਟਰਪਤੀ ਟਰੰਪ ਦੇ ਕੋਲ ਓਬਾਮਾ ਕੇਅਰ ਨੂੰ ਰੀਪੀਲ ਕਰਨ ਦੇ ਲਈ ਵੋਟਸ ਦੀ ਕਮੀ। ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੀਆਂ ਅਪਾਇੰਟਮੈਂਟ ਪਾਵਰਸ ਘਟਾਈਆਂ। ਅਤੇ ਅਮਰੀਕਾ ਨੇ 8 ਦੇਸ਼ਾਂ ਦੇ ਵਿੱਚ ਜਾਣ ਵਾਲੀਆਂ ਫਲਾਈਟਸ ਤੇ ਇਲੈਕਟ੍ਰੋਨਿਕ ਡਿਵਾਈਸ ਤੇ ਲਾਈ ਪਾਬੰਦੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਸੁਪਰੀਮ ਕੋਰਟ ਜੱਜ ਦੇ ਲਈ ਨੋਮੀਨੇਟ ਕੀਤੇ ਗਏ ਜੱਜ ਨੀਲ ਗੌਰਸਚ ਦੀ ਸੈਨੇਟ ਹੀਅਰਿੰਗ ਦੇ ਦੌਰਾਨ ਉਹਨਾਂ ਨੇ ਇਹ ਸਹੁੰ ਚੱਕੀ ਕਿ ਉਹ ਰਾਸ਼ਟਰਪਤੀ ਟਰੰਪ ਤੋਂ ਇੰਡੀਪੈਂਡੈਂਟ ਰਹਿ ਕੇ ਕੰਮ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਸਿਸਟਮ ਦੇ ਵਿੱਚ ਅਤੇ ਪੋਲੀਟੀਕਲ ਇਨਫਲੂਐਂਸ ਦੇ ਤਹਿਤ ਉਹ ਕੰਮ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਕੋਈ ਵੀ ਰਾਸ਼ਟਰਪਤੀ ਕਾਨੂੰਨ ਅਤੇ ਡੈਮੋਕ੍ਰੈਟਿਕ ਪ੍ਰੋਸੈਸ ਤੇ ਨਹੀਂ ਹੁੰਦਾ। ਸੁਪਰੀਮ ਕੋਰਟ ਦੇ ਨੋਮੀਨੀ ਨੀਲ ਗੌਰਸਚ ਉਹਨਾਂ ਦੀ ਅੱਜ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਕਨਫਰਮੇਸ਼ਨ ਹੀਅਰਿੰਗ ਹੋ ਰਹੀ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਕਦੇ ਵੀ 1973 ਦੇ ਸੁਪਰੀਮ ਕੋਰਟ ਰੂਲਿੰਗ, ਜਿਸ ਦੇ ਵਿੱਚ ਕਿ ਨੇਸ਼ਨਵਾਈਡ ਅਬੋਰਸ਼ਨ ਨੂੰ ਲੀਗਲ ਕੀਤਾ ਗਿਆ ਸੀ, ਉਸ ਨੂੰ ਓਵਰਟਰਨ ਕਰਨ ਦੇ ਲਈ ਨਹੀਂ ਕਿਹਾ ਅਤੇ ਜੇਕਰ ਅਜਿਹਾ ਰਾਸ਼ਟਰਪਤੀ ਨੇ ਉਹਨਾਂ ਨੂੰ ਕਿਹਾ ਹੁੰਦਾ ਤਾਂ ਉਹ ਵਾਕਆਊਟ ਕਰ ਜਾਂਦੇ। ਆਪਣੇ ਕੈਂਪੇਨ ਦੇ ਦੌਰਾਨ ਪਿਛਲੇ ਸਾਲ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਐਂਟੀ ਅਬੋਰਸ਼ਨ ਜਸਟਿਸ ਵਾਲੇ ਜੱਜ ਨੂੰ ਲੈ ਕੇ ਆਉਣਗੇ ਤੇ ਕਰੰਟ ਰੂਲ ਨੂੰ ਓਵਰਟਰਨ ਕਰਨਗੇ। ਜੇਕਰ ਉਹਨਾਂ ਦੀ ਕਨਫਰਮੇਸ਼ਨ ਸੈਨੇਟ ਦੇ ਦੁਆਰਾ ਕਨਫਰਮ ਹੋ ਜਾਂਦੀ ਹੈ ਤਾਂ ਇਹ 13 ਮਹੀਨੇ ਦੀ ਖਾਲੀ ਪਈ ਵੈਕੈਂਸੀ ਨੂੰ ਫਿਲ ਕਰਨਗੇ, ਜੋ ਕਿ ਜਸਟਿਸ ਸਕੈਲੀਆ ਦੀ ਮੌਤ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹ ਪੋਜੀਸ਼ਨ ਖਾਲੀ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਰਹਿੰਦੇ ਸਮੇਂ ਦੌਰਾਨ ਉਹ ਪੋਜੀਸ਼ਨ ਫਿਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਉਸ ਸਮੇਂ ਸੈਨੇਟ ਨੇ ਉਸ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਜੱਜ ਗੌਰਸਚ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਿਧਾਂਤਾਂ ਤੇ ਕੰਮ ਕਰਨ ਵਾਲੇ ਵਿਅਕਤੀ ਹਨ ਅਤੇ ਉਹ ਕਿਸੇ ਵੀ ਰਬਰ ਸਟੈਂਪ ਦੀ ਤਰ੍ਹਾਂ ਕੰਮ ਨਹੀਂ ਕਰਨਗੇ। ਜੱਜ ਗੌਰਸਚ ਨੇ ਕਿਹਾ ਕਿ ਜੇਕਰ ਕੋਈ ਵੀ ਫੈਡਰਲ ਜੱਜ ਤੇ ਉਸ ਦੀ ਇਮਾਨਦਾਰੀ ਜਾਂ ਫਿਰ ਇੰਟੀਗ੍ਰਿਟੀ ਦੇ ਉੱਤੇ ਸਵਾਲ ਖੜੇ ਕਰਦਾ ਹੈ ਤੇ ਉਸ ਦੀ ਨਿੰਦਾ ਕਰਦਾ ਹੈ ਤਾਂ ਉਹ ਕਾਫੀ ਦੁਖਦਾਈ ਹੁੰਦਾ ਹੈ ਅਤੇ ਇੱਕ ਜੱਜ ਦੇ ਨਾਂ ਦੇ ਉੱਤੇ ਉਹ ਕਾਫੀ ਡੀਮੋਰਲਾਈਜ਼ਿੰਗ ਕਰਨ ਵਾਲਾ ਵੀ ਹੁੰਦਾ ਹੈ। ਇਸ ਤੋਂ ਬਾਅਦ ਦੇ ਵਿੱਚ ਡੈਮੋਕ੍ਰੈਟਿਕ ਸੈਨੇਟਰ ਰਿਚਰਡ ਬਲੂਮੈਂਥਲ ਦੁਆਰਾ ਇਹ ਵੀ ਕਿਹਾ ਗਿਆ ਕਿ ਜੇ ਨਿੰਦਾ ਕਰਨ ਵਾਲਾ ਵਿਅਕਤੀ ਰਾਸ਼ਟਰਪਤੀ ਟਰੰਪ ਹੋਵੇ ਤਾਂ ਇਸ ਦੇ ਜਵਾਬ ਦੇ ਵਿੱਚ ਜੱਜ ਗੌਰਸਚ ਨੇ ਕਿਹਾ ਕਿ ਉਸ ਦੇ ਵਿੱਚ ਚਾਹੇ ਉਹ ਰਾਸ਼ਟਰਪਤੀ ਹੋਵੇ ਚਾਹੇ ਕੋਈ ਵੀ ਹੋਰ ਨਿਆਂਪਾਲਿਕਾ ਤੋਂ ਉੱਤੇ ਉੱਠ ਕੇ ਕੋਈ ਵੀ ਨਹੀਂ ਹੁੰਦਾ। ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਵੀ ਕਈ ਵਾਰ ਡੈਮੋਕ੍ਰੈਟਿਕ ਬੈਂਚ ਅਤੇ ਰਿਪਬਲਿਕਨ ਬੈਂਚ ਦੀ ਗੱਲਬਾਤ ਚੱਲਦੀ ਆਈ ਹੈ ਤੇ ਮੌਜੂਦਾ ਸਿਸਟਮ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ 4 ਜੱਜ ਰਿਪਬਲਿਕਨ ਪਾਰਟੀ ਵੱਲ ਅਲਾਈਨਡ ਹਨ ਅਤੇ 4 ਡੈਮੋਕ੍ਰੈਟਿਕ ਪਾਰਟੀ ਦੇ ਵੱਲ। ਹਾਲਾਂਕਿ ਜੱਜ ਗੌਰਸਚ ਨੇ ਕਿਹਾ ਹੈ ਕਿ ਜੱਜ ਕਿਸੇ ਵੀ ਪਾਰਟੀ ਸਿਸਟਮ ਤੋਂ ਉੱਤੇ ਉੱਠ ਕੇ ਹੁੰਦੇ ਹਨ ਅਤੇ ਉਹਨਾਂ ਨੂੰ ਕਿਸੇ ਪਾਰਟੀ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। US ਅਥਾਰਟੀਜ਼ ਨੇ ਅੱਜ ਫਿਲਾਡੈਲਫੀਆ ਦੇ ਟਾਪ ਪ੍ਰੋਸੀਕਿਊਟਰ ਨੂੰ
ਰਿਸ਼ਵਤ ਲੈਣ, ਜਿਸ ਦੇ ਵਿੱਚ ਕੈਰੀਬੀਅਨ ਵਕੇਸ਼ਨ, ਫਰਨੀਚਰ, ਕਾਰ ਅਤੇ ਕੈਸ਼ ਜੋ ਕਿ ਉਸਨੇ ਲੋਕਾਂ ਦੇ ਵੱਲ ਫੇਵਰ ਕਰਨ ਦੇ ਪ੍ਰਤੀ ਲਈ ਸੀ, ਉਹਨਾਂ ਦੇ ਚਾਰਜਸ ਦੇ ਤਹਿਤ ਗ੍ਰਿਫਤਾਰ ਕੀਤਾ। ਉਹਨਾਂ ਦੇ ਉੱਤੇ ਕੁੱਲ 23 ਚਾਰਜਸ ਲਾਏ ਗਏ। ਫੈਡਰਲ ਜਿਊਰੀ ਨੇ ਇਲੀਗਲ ਪੈਟਰਨ ਆਫ ਬਿਹੇਵੀਅਰ ਤੈਅ ਕਰਦੇ ਹੋਏ ਅਟਾਰਨੀ ਸੈਥ ਵਿਲੀਅਮਸ, ਜੋ ਕਿ 2010 ਦੇ ਵਿੱਚ ਚੁਣੇ ਗਏ ਸਨ, ਉਹਨਾਂ ਦੇ ਉੱਤੇ ਇਹ ਸਾਰੇ ਚਾਰਜਸ ਕਨਫਰਮ ਕੀਤੇ। ਇਹਨਾਂ ਚਾਰਜਸ ਦੇ ਤਹਿਤ ਡਿਸਟ੍ਰਿਕਟ ਅਟਾਰਨੀ ਸੈਥ ਵਿਲੀਅਮਸ ਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰਦੇ ਹੋਏ ਲੋਕਾਂ ਤੋਂ ਪੈਸੇ ਦੇ ਬਦਲੇ ਅਤੇ ਗਿਫਟ ਦੇ ਬਦਲੇ ਉਹਨਾਂ ਦੇ ਫੇਵਰ ਦੇ ਵਿੱਚ ਕੰਮ ਕੀਤੇ। ਇਹਨਾਂ ਚਾਰਜਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਵਿਲੀਅਮਸ, ਜਿਨ੍ਹਾਂ ਦੀ ਕਿ ਸਾਲਾਨਾ ਸੈਲਰੀ $1,70,000 ਹੈ, ਉਹਨਾਂ ਨੇ $54,000 ਤੋਂ ਵੱਧ ਰਕਮ ਰਿਸ਼ਵਤ ਅਤੇ ਫਰਾਡ ਦੇ ਤੌਰ ਦੇ ਉੱਤੇ ਇਕੱਠਾ ਕੀਤੀ। ਉਹਨਾਂ ਦੇ ਉੱਤੇ 2 ਅਨਆਇਡੈਂਟੀਫਾਈਡ ਬਿਜ਼ਨਸ ਓਨਰ ਤੋਂ ਰਿਸ਼ਵਤ ਲੈਣ ਦੇ ਆਰੋਪ ਹਨ, ਜੋ ਕਿ ਉਹਨਾਂ ਨੇ ਜੁਲਾਈ 2010 ਤੋਂ ਲੈ ਕੇ ਜੁਲਾਈ 2015 ਦੇ ਵਿਚਕਾਰ ਲਈ। ਇੱਕ ਕੇਸ ਦੇ ਵਿੱਚ ਉਹਨਾਂ ਨੇ ਇੱਕ ਬਿਲੀਅਨਰ ਨੂੰ ਜੁਲਾਈ 2010 ਅਤੇ ਜੁਲਾਈ 2015 ਦੇ ਵਿਚਕਾਰ 에ਅਰਪੋਰਟ ਦੇ ਵਿੱਚ ਇੱਕ ਸੁਰੱਖਿਆ ਲੇਅਰ ਨੂੰ ਉਸਦੇ ਫੋਰਨ ਟਰੈਵਲ ਦੇ ਦੌਰਾਨ ਘੱਟ ਕਰਨ ਦੀ ਅਰੇਂਜਮੈਂਟਸ ਕੀਤੇ ਸਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਹੁਣ ਵਾਈਟ ਹਾਊਸ ਦੇ ਵਿੱਚ ਵੈਸਟ ਵਿੰਗ ਦੇ ਵਿੱਚ ਦਫ਼ਤਰ ਦਿੱਤਾ ਗਿਆ ਹੈ। ਹਾਲਾਂਕਿ ਉਹ ਕੋਈ ਵੀ ਫੈਡਰਲ EMPLOYEE ਨਹੀਂ ਹੈ ਤੇ ਫਿਰ ਵੀ ਉਹਨਾਂ ਨੂੰ ਵਾਈਟ ਹਾਊਸ ਦੇ ਵੈਸਟ ਵਿੰਗ ਦੇ ਵਿੱਚ ਦਫ਼ਤਰ ਅਲਾਟ ਕੀਤਾ ਗਿਆ ਤੇ ਇਸ ਦੇ ਨਾਲ ਉਹਨਾਂ ਨੂੰ ਗਵਰਨਮੈਂਟ ਕਮਿਊਨੀਕੇਸ਼ਨ ਡਿਵਾਈਸਿਸ ਵੀ ਮੁਹੱਈਆ ਕਰਵਾਏ ਗਏ ਹਨ ਅਤੇ ਇੰਨਾ ਹੀ ਨਹੀਂ, ਉਹਨਾਂ ਨੂੰ ਟੌਪ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਵੀ ਦੇ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਕੋਲ ਹੁਣ ਕਲਾਸੀਫਾਈਡ ਇਨਫੋਰਮੇਸ਼ਨ ਦੀ ਐਕਸੈਸ ਵੀ ਹੋਵੇਗੀ। ਇਸ ਤੋਂ ਪਹਿਲਾਂ ਇਵਾਂਕਾ ਟਰੰਪ ਕਈ ਅਹਿਮ ਮੀਟਿੰਗਾਂ ਦੇ ਵਿੱਚ, ਜਿੱਥੇ ਕਿ ਸਰਕਾਰੀ ਕਰਮਚਾਰੀ ਹੁੰਦੇ ਹਨ, ਹਿੱਸਾ ਲੈ ਚੁੱਕੀ ਹੈ। ਉਹ ਪਿਛਲੇ ਹਫ਼ਤੇ ਜਰਮਨ ਚਾਂਸਲਰ ਐਂਜੇਲਾ ਮਰਕੇਲ ਦੇ ਨਾਲ ਵਾਈਟ ਹਾਊਸ ਦੇ ਵਿੱਚ ਹੋਈ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਸੀ। ਹਾਲਾਂਕਿ ਉਹਨਾਂ ਦੇ ਸਰਕਾਰੀ ਆਫਿਸ ਜਾਣ ਤੋਂ ਪਹਿਲਾਂ ਹੀ ਸੈਨ ਫਰਾਂਸਿਸਕੋ ਦੀ ਇੱਕ ਕਲੋਥਿੰਗ ਰਿਟੇਲਰ ਫਰਮ ਨੇ ਇਵਾਂਕਾ ਟਰੰਪ ਦੇ ਬ੍ਰਾਂਡ ਦੇ ਖਿਲਾਫ ਇੱਕ ਕਲਾਸ ਐਕਸ਼ਨ ਲਾਸੂਟ ਫਾਈਲ ਕਰ ਦਿੱਤਾ ਹੈ, ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਬੇਟੀ ਰਾਸ਼ਟਰਪਤੀ ਦੀ ਪੋਜੀਸ਼ਨ ਦਾ ਸਹਾਰਾ ਲੈਂਦੇ ਹੋਏ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰ ਰਹੇ ਹਨ। ਇਸ ਲਾਸੂਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਟਰੰਪ ਮਾਰਕਸ LLC ਦੀ ਬ੍ਰਾਂਡ ਸੇਲ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਤੇ ਇੰਨਾ ਹੀ ਨਹੀਂ, ਆਪਣੀ ਪਾਵਰ ਅਤੇ ਅਹੁਦੇ ਦਾ ਇਸਤੇਮਾਲ ਕਰਦੇ ਹੋਏ ਵਾਈਟ ਹਾਊਸ ਨੇ ਸਿੱਧੇ ਤੌਰ ਦੇ ਉੱਤੇ ਇਵਾਂਕਾ ਟਰੰਪ ਦੀ ਕੰਪਨੀ ਨੂੰ ਹੋਰ ਅੱਗੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਵਾਂਕਾ ਟਰੰਪ ਵਲੰਟੀਅਰ ਤੌਰ ਦੇ ਉੱਤੇ ਆਪਣੇ ਪਿਤਾ ਦੀ ਵਾਈਟ ਹਾਊਸ ਦੇ ਵਿੱਚ ਮਦਦ ਕਰੇਗੀ ਤੇ ਉਹ ਪੂਰੇ ਫੈਡਰਲ ਐਥਿਕ ਰੂਲਸ ਦਾ ਵੀ ਸਨਮਾਨ ਕਰਦੇ ਹੋਏ ਉਹਨਾਂ ਨੂੰ ਫੋਲੋ ਕਰੇਗੀ। ਭਾਵੇਂ ਕਿ ਰਿਪਬਲਿਕਨ ਪਾਰਟੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਓਬਾਮਾ ਕੇਅਰ ਬਿੱਲ ਨੂੰ ਰੀਪੀਲ ਕਰਨ ਦੀ ਗੱਲਬਾਤ ਕਹਿ ਰਹੇ ਹਨ ਅਤੇ ਉਸ ਨੂੰ ਰੀਪੀਲ ਕਰਕੇ ਇੱਕ ਨਵੀਂ ਅਮਰੀਕਨ ਹੈਲਥ ਕੇਅਰ ਐਕਟ ਦੇ ਨਾਲ ਰਿਪਲੇਸ ਕਰਨ ਦੀ ਗੱਲਬਾਤ ਵੀ ਚੱਲ ਰਹੀ ਹੈ, ਜਿਸ ਦੇ ਵਿੱਚ ਹਾਊਸ ਸਪੀਕਰ ਪੌਲ ਰਿਆਨ ਵੀ ਪੂਰੇ ਜੋਸ਼-ਸ਼ੋਰ ਦੇ ਨਾਲ ਲੱਗੇ ਹੋਏ ਹਨ। ਪਰ ਆਈ ਇੱਕ ਰਿਪੋਰਟ ਦੇ ਮੁਤਾਬਿਕ ਰਾਸ਼ਟਰਪਤੀ ਟਰੰਪ ਅਤੇ GOP ਦੇ ਉਹਨਾਂ ਲੀਡਰਸ ਦੇ ਕੋਲ ਹਾਊਸ ਦੇ ਵਿੱਚ ਉਹ ਬਹੁਮਤ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ, ਜਿਸ ਦੇ ਨਾਲ ਉਹ ਓਬਾਮਾ ਕੇਅਰ ਨੂੰ ਰੀਅਪੀਲ ਕਰ ਸਕਣ। ਕੁਝ ਇੱਕ ਰਿਪਬਲਿਕਨ ਪਾਰਟੀ ਦੇ ਲੀਡਰਸ ਵੀ ਓਬਾਮਾ ਕੇਅਰ ਨੂੰ ਰੀਪੀਲ ਨਾ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਦੁਆਰਾ ਲਿਆਂਦਾ ਜਾ ਰਿਹਾ ਨਵਾਂ ਅਮਰੀਕਨ ਹੈਲਥ ਕੇਅਰ ਐਕਟ ਕਾਫੀ ਜ਼ਿਆਦਾ ਹੱਦ ਤੱਕ ਆਉਣ ਵਾਲੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਅਸਰ ਪਾਵੇਗਾ, ਕਿਉਂਕਿ ਆਈ ਇੱਕ ਰਿਪੋਰਟ ਦੇ ਤਹਿਤ ਜੇਕਰ ਅਮਰੀਕਨ ਹੈਲਥ ਕੇਅਰ ਐਕਟ ਲਾਅ ਲਾਗੂ ਹੁੰਦਾ ਹੈ ਤਾਂ ਉਸ ਦੇ ਨਾਲ ਬਹੁਤ ਸਾਰੇ ਪਰਿਵਾਰ ਜੋ ਕਿ ਹੁਣ ਇੰਸ਼ੋਰੈਂਸ ਲੈ ਰਹੇ ਹਨ, ਉਹ ਇੰਸ਼ੋਰੈਂਸ ਤੋਂ ਰਹਿਤ ਹੋ ਜਾਣਗੇ ਅਤੇ ਉਹ ਲੋਕ ਖਾਸ ਕਰਕੇ ਜੋ ਕਿ ਮੌਜੂਦਾ ਕਿਸੇ ਕ੍ਰੋਨਿਕਲ ਡਿਸੀਜ਼ ਦੇ ਨਾਲ ਪੀੜਤ ਹਨ, ਉਹ ਇੰਸ਼ੋਰੈਂਸ ਨਹੀਂ ਲੈ ਸਕਣਗੇ ਤੇ ਉਹਨਾਂ ਦਾ ਇਲਾਜ ਕਾਫੀ ਮਹਿੰਗਾ ਹੋ ਜਾਏਗਾ ਅਤੇ ਇਸ ਨਾਲ ਪ੍ਰੀਮੀਅਮ ਵਧਣ ਦੇ ਅਸਾਰ ਵੀ ਲਾਏ ਜਾ ਰਹੇ ਹਨ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ GOP ਪਾਰਟੀ ਦੀ ਉਹ ਸੀਨੀਅਰ ਲੀਡਰਸ਼ਿਪ ਆਪਣੇ ਪਾਰਟੀ ਦੇ ਮੈਂਬਰਸ ਨੂੰ ਆਪਣੇ ਨਾਲ ਜੋੜਨ ਦੇ ਵਿੱਚ ਕਾਮਯਾਬ ਹੋ ਪਾਉਂਦੀ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਨੇ ਅੱਜ ਆਪਣੇ ਸੁਣਾਏ ਇੱਕ ਫੈਸਲੇ ਦੇ ਵਿੱਚ ਰਾਸ਼ਟਰਪਤੀ ਦੁਆਰਾ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਸਰਕਾਰੀ ਖਾਲੀ ਪਈਆਂ ਟੌਪ ਵੈਕੈਂਟ ਪੋਜੀਸ਼ਨ ਨੂੰ ਫਿਲ ਕਰਨ ਦੀ ਰਾਸ਼ਟਰਪਤੀ ਦੀ ਪਾਵਰ ਲਿਮਿਟ ਕਰ ਦਿੱਤੀ ਹੈ। 2 ਦੇ ਮੁਕਾਬਲੇ 6 ਦੇ ਨਾਲ ਹੋਈ ਇਸ ਰੂਲਿੰਗ ਦੇ ਤਹਿਤ ਜਿੰਨਾ ਚਿਰ ਸੈਨੇਟ ਤੋਂ ਕਨਫਰਮੇਸ਼ਨ ਨਹੀਂ ਹੋ ਜਾਂਦੀ, ਟੈਂਪਰੇਰੀ ਤੌਰ ਦੇ ਉੱਤੇ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਐਗਜ਼ੀਕਿਊਟਿਵ ਆਰਡਰ ਪਾਸ ਕਰਕੇ ਉਹ ਪੋਜੀਸ਼ਨ ਫਿਲ ਨਹੀਂ ਕਰ ਸਕਦੇ। ਇਹ ਕੇਸ ਉਸ ਵਕਤ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ 2010 ਦੇ ਵਿੱਚ ਰਾਸ਼ਟਰਪਤੀ
ਰਾਸ਼ਟਰਪਤੀ ਬਰਾਕ ਓਬਾਮਾ ਨੇ ਲੇਫ ਸੋਲੋਮਨ ਨੂੰ ਇੱਕ ਟੈਂਪਰੇਰੀ ਪੋਜੀਸ਼ਨ ਦਿੰਦੇ ਹੋਏ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦਾ ਐਕਟਿੰਗ ਜਨਰਲ ਕੌਂਸਲ ਸਥਾਪਿਤ ਕੀਤਾ ਸੀ। ਕਾਨੂੰਨ ਦੇ ਮੁਤਾਬਿਕ ਉਹ ਵਿਅਕਤੀ ਫਸਟ ਅਸਿਸਟੈਂਟ ਦੇ ਤੌਰ ਦੇ ਉੱਤੇ ਉਹ ਪੋਜੀਸ਼ਨ ਲੈ ਸਕਦਾ ਹੈ ਜੋ ਕਿ ਟੈਂਪਰੇਰੀ ਹੋਵੇ, ਪਰ ਐਕਟਿੰਗ ਅਤੇ ਨੋਮੀਨੀ ਦੇ ਤੌਰ ਦੇ ਉੱਤੇ ਇੱਕੋ ਪਰਸਨ ਨਹੀਂ ਹੋ ਸਕਦੇ ਅਤੇ ਜੇਕਰ ਉਹ 90 ਦਿਨ ਤੱਕ ਫਸਟ ਅਸਿਸਟੈਂਟ ਦੀ ਪੋਜੀਸ਼ਨ ਦੇ ਉੱਤੇ ਸਰਵ ਕਰ ਚੁੱਕਿਆ ਹੈ ਤਾਂ ਉਸ ਕੇਸ ਦੇ ਵਿੱਚ ਐਕਸੈਪਸ਼ਨ ਦਿੱਤੀ ਜਾ ਸਕਦੀ ਹੈ। ਸੋਲੋਮਨ ਜੋ ਕਿ ਫਸਟ ਅਸਿਸਟੈਂਟ ਦੇ ਤੌਰ ਦੇ ਉੱਤੇ ਉਹਨਾਂ ਨੇ ਸਰਵ ਨਹੀਂ ਕੀਤਾ ਸੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਪਰਮਾਨੈਂਟਲੀ ਜੌਬ ਦੇ ਲਈ ਨੋਮੀਨੇਟ ਕਰ ਦਿੱਤਾ ਸੀ। ਇਸ ਤੋਂ ਬਾਅਦ ਦੇ ਵਿੱਚ ਇਹ ਕੇਸ US ਕੋਰਟ ਆਫ ਅਪੀਲਜ਼ DC ਸਰਕਟ ਦੇ ਵਿੱਚ ਵੀ ਪਹੁੰਚਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚਿਆ, ਜਿੱਥੇ ਕਿ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਰਾਸ਼ਟਰਪਤੀ ਦੇ ਪਦ ਦੀ ਇਹ ਪਾਵਰ ਘਟਾਉਂਦੇ ਹੋਏ ਕਿਹਾ ਹੈ ਕਿ ਟੈਂਪਰੇਰੀ ਤੌਰ ਦੇ ਉੱਤੇ ਸੈਨੇਟ ਕਨਫਰਮੇਸ਼ਨ ਤੱਕ ਕੋਈ ਵੀ ਰਾਸ਼ਟਰਪਤੀ ਐਗਜ਼ੀਕਿਊਟਿਵ ਆਰਡਰ ਦੇ ਨਾਲ ਉਹ ਪੋਜੀਸ਼ਨ ਨਹੀਂ ਭਰ ਸਕਦਾ। US ਨੇ ਨਵਾਂ ਲਾਅ ਪਾਸ ਕਰਦੇ ਹੋਏ ਫੋਰਨ 에ਅਰਲਾਈਨਸ ਦੇ ਪੈਸੇਂਜਰਸ ਦੇ ਉੱਤੇ ਜਿਨ੍ਹਾਂ ਦੇ ਵਿੱਚ ਕਿ US ਦੇ 10 에ਅਰਪੋਰਟਸ ਤੋਂ 8 ਮੈਜੋਰਟੀ ਮੁਸਲਿਮ ਦੇਸ਼ਾਂ ਦੇ ਵਿੱਚ ਸੈੱਲਫੋਨ ਤੋਂ ਵੱਡਾ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ ਲੈ ਕੇ ਜਾਣ ਤੇ ਪਾਬੰਦੀ ਲਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਬੰਦੀ ਇਸ ਲਈ ਨਹੀਂ ਲਾਈ ਗਈ ਕਿਉਂਕਿ ਸਿਕਿਉਰਿਟੀ ਏਜੰਸੀਜ਼ ਨੂੰ ਕੋਈ ਇਮੀਡੀਏਟ ਅਟੈਕ ਦਾ ਥ੍ਰੈਟ ਮਿਲਿਆ ਹੈ, ਪਰ ਕਿ ਇਹ ਪਾਬੰਦੀ ਇਸ ਦੇ ਲਈ ਲਾਈ ਗਈ ਹੈ ਕਿ ਉਹਨਾਂ ਦੇ ਮੁਤਾਬਿਕ ਅਮਰੀਕਨ ਇੰਟੈਲੀਜੈਂਸ ਏਜੰਸੀਜ਼ ਨੂੰ ਇਹ ਪਤਾ ਚੱਲਿਆ ਹੈ ਕਿ ਟੈਰਰਿਸਟ ਗਰੁੱਪ ਜਿਨ੍ਹਾਂ ਦੇ ਵਿੱਚ ਇਸਲਾਮਿਕ ਸਟੇਟ, ਅਲ-ਕਾਇਦਾ ਜਾਂ ਫਿਰ ਕੋਈ ਵੀ ਹੋਰ ਅੱਤਵਾਦੀ ਗਰੁੱਪ ਲੈਪਟਾਪ ਜਾਂ ਫਿਰ ਹੋਰ ਕਿਸੇ ਇਲੈਕਟ੍ਰੋਨਿਕ ਗੈਜਟ ਦੇ ਨਾਲ ਕੋਈ ਵਿਸਫੋਟਕ ਪਦਾਰਥ ਜਹਾਜ਼ ਦੇ ਵਿੱਚ ਲੈ ਕੇ ਜਾ ਸਕਦਾ ਹੈ ਜੋ ਕਿ ਆਸਾਨੀ ਦੇ ਨਾਲ ਛੁਪਾਇਆ ਜਾ ਸਕਦਾ ਹੈ। ਅਮਰੀਕਾ ਦੇ ਦੁਆਰਾ ਲਾਏ ਗਏ ਬੈਨ ਤੋਂ ਕੁਝ ਘੰਟੇ ਬਾਅਦ ਬ੍ਰਿਟਿਸ਼ ਗਵਰਨਮੈਂਟ ਨੇ ਵੀ ਆਪਣਾ ਇੱਕ ਬੈਨ ਅਨਾਉਂਸ ਕੀਤਾ, ਜਿਸ ਦੇ ਵਿੱਚ ਫਲਾਈਟਸ ਦੇ ਵਿੱਚ ਇਲੈਕਟ੍ਰੋਨਿਕ ਡਿਵਾਈਸ ਲੈ ਕੇ ਜਾਣ ਤੇ ਪਾਬੰਦੀ ਲਾਈ ਗਈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਹੈ ਕਿ ਫਲਾਈਟਸ ਦੇ ਵਿੱਚ ਰਿਸਟ੍ਰਿਕਟਡ ਆਈਟਮਸ ਦੇ ਵਿੱਚ ਲੈਪਟਾਪ, ਕੰਪਿਊਟਰਸ, ਟੈਬਲੇਟਸ, ਕੈਮਰਾਜ਼, ਪ੍ਰਿੰਟਰ ਅਤੇ ਫੋਨ ਤੋਂ ਵੱਡੇ ਸਾਈਜ਼ ਦੀਆਂ ਗੇਮਸ ਦੇ ਉੱਤੇ ਪਾਬੰਦੀ ਲਾਈ ਗਈ ਹੈ ਅਤੇ ਇਹ ਪਾਬੰਦੀ 에ਅਰਕ੍ਰਾਫਟ ਕਰੂਜ਼ ਆਫੀਸ਼ੀਅਲਸ ਅਤੇ ਰਿਪੋਰਟਰਸ ਦੇ ਉੱਤੇ ਨਹੀਂ ਲਾਈ ਗਈ। ਇਸ ਫੈਸਲੇ ਦੇ ਮੁਤਾਬਿਕ ਇਹ ਫੈਸਲਾ ਈਸਟਰਨ ਟਾਈਮ ਤੋਂ ਸਵੇਰੇ 3 ਵਜੇ ਤੋਂ ਲਾਗੂ ਹੁੰਦਾ ਹੈ ਅਤੇ ਸਾਰੀਆਂ ਹੀ 에ਅਰਲਾਈਨਸ ਨੂੰ 96 ਘੰਟਿਆਂ ਦੇ ਅੰਦਰ ਇਹ ਪਾਲਿਸੀ ਲਾਗੂ ਕਰਨੀ ਹੋਵੇਗੀ। ਇਸ ਦੇ ਤਹਿਤ ਯੂਨਾਈਟਿਡ ਸਟੇਟਸ ਤੋਂ ਜੋ ਫਲਾਈਟਸ ਅਮਾਨ, ਜਾਰਡਨ, ਕਾਇਰੋ, ਇਸਤਾਨਬੁਲ, ਰਿਆਦ, ਸਾਊਦੀ ਅਰੇਬੀਆ, ਕੁਵੈਤ ਸਿਟੀ, ਦੋਹਾ, ਕਤਰ, ਦੁਬਈ, ਅਬੂ ਧਾਬੀ ਜਾਂਦੀਆਂ ਹਨ ਉਹਨਾਂ ਦੇ ਤੇ ਇਹ ਪਾਬੰਦੀ ਲਾਈ ਗਈ ਹੈ ਅਤੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਪਾਬੰਦੀ ਸਿਰਫ ਉਹਨਾਂ ਫੋਰਨ ਕੈਰੀਅਰਸ ਤੇ ਹੈ ਜੋ ਕਿ ਅਮਰੀਕਾ ਤੋਂ ਬਾਹਰ ਦੀਆਂ ਕੰਪਨੀਆਂ ਹਨ। ਅਮਰੀਕਨ ਆਪਰੇਟਡ 에ਅਰਲਾਈਨਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਾਈ ਗਈ। ਹਾਲਾਂਕਿ ਬ੍ਰਿਟਿਸ਼ ਬੈਨ ਦੇ ਤਹਿਤ ਡੋਮੈਸਟਿਕ ਅਤੇ ਫੋਰਨ 에ਅਰਲਾਈਨਸ ਦੇ ਉੱਤੇ ਇਹ ਬੈਨ ਲਾਗੂ ਕੀਤਾ ਗਿਆ ਹੈ, ਜਿਸ ਦੇ ਵਿੱਚ ਬ੍ਰਿਟਿਸ਼ 에ਅਰਵੇਜ਼ ਵੀ ਆਉਂਦੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 60 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 47 ਡਿਗਰੀ। ਦਿਨ ਦੇ ਸਮੇਂ ਮੀਂਹ ਪੈਂਦੇ ਸਾਰ 80% ਰਹਿਣਗੇ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਮੀਂਹ ਪੈਂਦੇ ਸਾਰ 100% ਹੋਣਗੇ। ਯੂਬਾ ਸਿਟੀ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ 90% ਮੀਂਹ ਪੈਂਦੇ ਅਸਾਰ ਹਨ। ਸਟਾਕਟਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਮੀਂਹ ਪੈਂਦੇ ਅਸਾਰ 100% ਰਹਿਣਗੇ। ਟ੍ਰੇਸੀ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਮੋਡੈਸਟੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟ੍ਰੇਸੀ ਅਤੇ ਮੋਡੈਸਟੋ ਦੇ ਵਿੱਚ ਮੀਂਹ ਪੈਂਦੇ ਅਸਾਰ 90% ਹੋਣਗੇ। ਫਰੈਜ਼ਨੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫਰੈਜ਼ਨੋ ਅਤੇ ਬੇਕਰਫੀਲਡ ਦੇ ਵਿੱਚ ਵੀ ਮੀਂਹ ਪੈਂਦੇ ਅਸਾਰ ਹਨ। ਲਾਸ ਐਂਜਲਸ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟਰਕੀ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 17 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 19 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸੀਐਟਲ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਇੱਥੇ ਰਾਤ ਦੇ ਸਮੇਂ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਇੱਥੇ ਵੀ ਰਾਤ ਨੂੰ ਮੀਂਹ ਪੈਣ ਦੇ ਅਸਾਰ ਹਨ। ਸ਼ਿਕਾਗੋ ਦੇ ਵਿੱਚ 33 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਨਿਊਯਾਰਕ ਦੇ ਵਿੱਚ 37 ਡਿਗਰੀ ਹਾਈ ਅਤੇ ਰਾਤ ਨੂੰ 23 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ
-2 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਅਤੇ ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਹੈ ਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 237 ਅੰਕਾਂ ਦੀ ਗਿਰਾਵਟ ਦੇ ਨਾਲ 20,668.01 ਤੇ ਬੰਦ ਹੋਇਆ। ਨੈਸਡੈਕ 107 ਅੰਕਾਂ ਦੀ ਗਿਰਾਵਟ ਦੇ ਨਾਲ 5793.83 ਤੇ ਬੰਦ ਹੋਇਆ। S&P 29 ਅੰਕਾਂ ਦੀ ਗਿਰਾਵਟ ਦੇ ਨਾਲ 2344.02 ਤੇ ਬੰਦ ਹੋਇਆ। ਵਿਲਸ਼ਾਇਰ 5000 153 ਅੰਕਾਂ ਦੀ ਗਿਰਾਵਟ ਦੇ ਨਾਲ 24429.97 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਬੈਂਕ ਆਫ ਅਮਰੀਕਾ ਦਾ ਰਿਹਾ, ਜਿਸ ਦੀ ਕੀਮਤ 22.93 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 65 ਰੁਪਏ 51 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 2 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 81 ਰੁਪਏ 75 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 70 ਰੁਪਏ 76 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 23 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 46 ਰੁਪਏ 9 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 73 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 173 ਰੁਪਏ 73 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 214 ਰੁਪਏ 83 ਪੈਸੇ। ਸੋਨੇ ਦਾ ਰੇਟ $1240 ਸੈਂਟ ਪਰ ਆਉਂਸ ਰਿਹਾ ਤੇ ਚਾਂਦੀ $17.50 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।